ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਸਜਣ ਸੱਚਾ ਪਾਤਸ਼ਾਹ ਸਿਰ ਸਾਹੰਦ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵਿਸਾਹ। ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਸੈਣਾ ਧੂਪ ਦੀਪ ਕ੍ਰਿਤਾ ਸਾਂਝ ਆਰਤੀ ਵਾਰਨ ਜਾਓ ਕਮਲਾਪਤੀ। ਧੂਪ ਦੀਪ ਕ੍ਰਿਤਾ ਸਾਂਝ ਆਰਤੀ ਵਾਰਨ ਜਾਓ ਕਮਲਾਪਤੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਜੁਗੋ ਜੁਗੀ ਅਟਲ ਸ਼ਬਦਾ ਅਵਤਾਰ ਦਸਾਂ ਬਾਦਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੋਮ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਔਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ। ਧਨਾਸਰੀ ਰਾਗਨੀ ਦੀ ਭਗਤ ਬਾਣੀ ਦੇ ਵਿੱਚ ਕਥਾ ਵਿਚਾਰ ਪ੍ਰਾਰੰਭ ਹੈ। ਪਿਛਲੇ ਦਿਨਾਂ ਦੌਰਾਨ ਆਪ ਜੀ ਨੇ ਭਗਤ ਤਰਲੋਚਨ ਜੀ ਦੇ ਪਾਵਨ ਸ਼ਬਦ ਤੇ ਇਸ ਦੀ ਕਥਾ ਵਿਚਾਰ ਸਰਵਣ ਕੀਤੀ ਹੈ, ਜਿਸ ਦੇ ਵਿੱਚ
ਭਗਤ ਤਰਲੋਚਨ ਜੀ ਨੇ ਆਰੰਭ ਵਾਲੀ ਪੰਕਤੀ ਰੱਖੀ ਹੈ, ਨਾਰਾਇਣ ਨਿੰਦ ਸਿਕਾਏ ਭੂਲੀ ਗਵਾਰੀ, ਦੋ ਕ੍ਰਿਤ ਸੋ ਕ੍ਰਿਤ ਥਾਰੋ ਕਰਮ ਰੀ। ਤੇ ਅੰਤਲੀਆਂ ਪੰਕਤੀਆਂ, ਪੂਰਬ ਲੋ ਕਿਰਤ ਕਰਮ ਨਾ ਮਿਟੈ ਰੀ ਕਰ ਗਏ ਹਨ। ਇਹ ਘਰ ਵਾਲੀ ਸੁਪਤਨੀ ਇਸਤਰੀਏ, ਪਿਛਲੇ ਜਨਮਾਂ ਦੇ ਕੀਤੇ ਹੋਏ ਕਰਮ ਜ਼ਰੂਰ ਭੋਗਣੇ ਪੈਂਦੇ ਨੇ, ਕਿਸੇ ਤੋਂ ਵੀ ਨਹੀਂ ਮਿਟਦੇ। ਤਾਚੇ ਇਸ ਵਾਸਤੇ ਮੋਹੇ ਜਾਪੀ ਵਾਲੇ ਮੈਂ ਕਹਿੰਦਾ ਹਾਂ ਕਿ ਰਾਮ ਚੇ ਨਾਮੰ, ਪਰਮੇਸ਼ਰ ਦੇ ਨਾਮ ਦਾ ਜਾਪ ਕਰਨਾ ਕਰ। ਮਤਲਬ ਰੋਣਾ ਧੋਣਾ ਛੱਡ ਕਰਕੇ, ਪਛਤਾਵਾ ਤਿਆਗ ਕਰਕੇ, ਕਰਮਾਂ ਦੀ ਖੇਡ ਜਾਣ ਕੇ ਤੇ ਪ੍ਰਭੂ ਦਾ ਨਾਮ ਜਪਣਾ ਕਰ। ਬਦ ਤਰਲੋਚਨ ਰਾਮ ਜੀ, ਭਗਤ ਤਰਲੋਚਨ ਜੀ ਕਹਿੰਦੇ, ਹੇ ਇਸਤਰੀਏ, ਪਰਮੇਸ਼ਰ ਦਾ ਨਾਮ ਮਨ ਬਾਣੀ ਸਰੀਰ ਦੁਆਰਾ ਜਪ ਕੇ ਜੀ ਪਰਮੇਸ਼ਰ ਦਾ ਹੀ ਰੂਪ ਬਣ ਜਾਂਦਾ ਹੈ। ਉਂਝ ਤਾਂ ਕਰਮ ਕਿਸੇ ਵੀ ਤਰੀਕੇ ਨਾਲ ਨਹੀਂ ਮਿਟਦੇ, ਪਰ ਜੇ ਨਾਮ ਜਪੋਗੇ ਫਿਰ ਕਰਮਾਂ ਦੇ ਲੇਖੇ ਜੋਖੇ ਤੋਂ ਛੁੱਟਿਆ ਜਾਂਦਾ ਹੈ। ਪੂਰੇ ਗੁਰਾਂ ਦੇ ਉਪਦੇਸ਼ ਦੁਆਰਾ ਪਰਮੇਸ਼ਰ ਦਾ ਨਾਮ ਜਪੇ ਤੋਂ ਬਗੈਰ ਕੋਈ ਵੀ ਕਰਮਾਂ ਤੋਂ ਛੁਡਾ ਨਹੀਂ ਸਕਦਾ। ਇਸ ਲਈ ਗੁਰ ਕਾ ਸ਼ਬਦ ਕਾਟੈ ਕੋਟ ਕਰਮ। ਮਹਾਰਾਜ ਦਾ ਸ਼ਬਦ, ਮਹਾਰਾਜ ਦਾ ਉਪਦੇਸ਼ ਹੀ ਕਰੋੜਾਂ ਕਰਮਾਂ ਨੂੰ ਕੱਟਣ ਵਾਲਾ ਹੈ। ਜਿਵੇਂ ਸਕੇਤ ਮੰਡੀ ਦਾ ਰਾਜਾ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਦੇ ਵਿੱਚ ਹਰਿਮੰਦਰ ਸਾਹਿਬ ਪਹੁੰਚਿਆ ਸੀ ਤੇ ਉਹਨੇ ਪੰਜ ਗ੍ਰੰਥੀ ਬਾਣੀ ਦੀ ਪੰਕਤੀ ਜਦ ਸੰਗਤ ਵਿੱਚ ਮੱਥਾ ਟੇਕਦਿਆਂ ਸਰਵਣ ਕੀਤੀ। ਲੇਖ ਨ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ। ਤਾਂ ਸ਼ੰਕਾ ਕੀਤਾ ਕਿ ਮੈਂ ਇੰਨੀ ਦੂਰੋਂ ਚੱਲ ਕੇ ਆਇਆ ਹਾਂ, ਜੇ ਲੇਖ ਹੀ ਨਹੀਂ ਮਿਟਣੇ ਤਾਂ ਆਉਣ ਦਾ ਕੀ ਲਾਭ। ਗੁਰੂ ਸਾਹਿਬ ਕਹਿੰਦੇ ਆਰਾਮ ਕਰੋ, ਇਸ ਦਾ ਉੱਤਰ ਕੱਲ੍ਹ ਨੂੰ ਤੁਹਾਨੂੰ ਮਿਲ ਜਾਵੇਗਾ। ਤਾਂ ਰਾਤ ਉਹਨੂੰ ਸੁਪਨਾ ਆਇਆ ਜਿਹਦੇ ਵਿੱਚ ਨੀਚਾਂ ਦੇ ਘਰ ਉਹਨੇ ਜਨਮ ਲੈ ਕੇ 50 ਸਾਲ ਬੜੀ ਗਰੀਬੀ ਦੇ ਨਾਲ ਟੱਕਰਾਂ ਮਾਰੀਆਂ। ਆਖਰ ਭੁੱਖਾ ਮਰਦਾ ਨਿਆਣਿਆਂ ਨੂੰ ਲੈ ਕੇ ਪੀਲੂਆਂ ਦੇ ਦਰਖਤ 'ਤੇ ਪੀਲੂ ਖਾਣ ਲਈ ਚੜ੍ਹਿਆ। ਖਾਣ ਦੇ ਲਾਲਚ ਵਿੱਚ ਕਮਜ਼ੋਰ ਟਾਹਣੀ ਦੇ ਪੈਰ ਰੱਖਿਆ ਗਿਆ, ਧੜਮ ਕਰਕੇ ਥੱਲੇ ਡਿੱਗ ਪਿਆ। ਸੰਬੰਧੀਆਂ ਨੇ ਫੜ ਕੇ ਰੋ ਧੋ ਕੇ ਇਹਦਾ ਸਿਆਪਾ ਕਰਕੇ ਤੇ ਇਹਨੂੰ ਕਬਰ 'ਚ ਪਾ ਕੇ ਦਬ ਸੁੱਟਿਆ। ਇਹ ਵਿਚਾਰਾ ਬੜਾ ਉਦਾਸੀਨ ਬਿਰਤੀ ਦੇ ਨਾਲ ਬੈਠਾ ਸੋਚ ਲਿਆ ਸੀ ਕਿ ਸਤਿਗੁਰੂ ਅਰਜਨ ਦੇਵ ਜੀ ਨੇ ਸੁਨੇਹਾ ਭੇਜਿਆ ਕਿ ਸ਼ਿਕਾਰ ਖੇਡਣ ਜਾਣਾ ਹੈ। ਉਂਝ ਭਾਵੇਂ ਮਹਾਰਾਜ ਕਦੀ ਗਏ ਨਾ ਹੋਣ ਸ਼ਿਕਾਰ ਖੇਡਣ, ਸ਼ਿਕਾਰ ਦੇ ਬਹਾਨੇ ਨੂੰ ਬਾਹਰ ਲਿਜਾ ਕੇ ਦਿਖਾਇਆ। ਰਾਜਾ ਸਾਂਸੀ ਦੇ ਨਜ਼ਦੀਕ ਗੁਰਦੁਆਰਾ ਗੁਰੂ ਕਾ ਬਾਗ ਹੈ। ਪਿਆਸ ਆਪਣਾ ਕੋਈ ਸ਼ਿਕਾਰ ਨਿਕਲਿਆ, ਇਹ ਗੁਰੂ ਜੀ ਤੋਂ ਵਿਛੜ ਗਿਆ ਸ਼ਿਕਾਰ ਮਗਰ, ਤੇ ਪਿਆਸ ਲੱਗੀ ਤੋਂ ਬਹੁਤੀ ਧੁੱਪ ਤੋਂ ਦਰਖਤ ਦੇ ਨੀਚੇ ਇਹ ਅਜੇ ਸਾਹ ਲੈਣ ਲਈ ਰੁਕਿਆ ਹੀ ਸੀ ਕਿ ਇਸ ਦੀ ਇਸਤਰੀ ਉਹ ਲੱਕੜਾਂ ਬਾਲਣ ਲੈਣ ਆਈ। ਇਹਨੂੰ ਪਹਿਚਾਣ ਕੇ ਕਹਿਣ ਲੱਗੀ, ਤੂੰ ਸਾਡੇ ਨਾਲ ਛਲ ਕਰਕੇ ਝੂਠ ਬੋਲ ਕੇ ਕਿੱਧਰ ਚਲਾ ਗਿਆ? ਆ ਪਤਾ ਨਹੀਂ ਕਿੱਥੋਂ ਕੱਪੜੇ ਲਿਆਂਦੇ, ਰਾਜਿਆਂ ਵਾਲੇ ਘੋੜਾ ਕਿੱਥੋਂ ਲਿਆਂਦਾ। ਮਗਰ ਪੈ ਗਈ। ਉਹ ਕਹੇ ਮੈਂ ਰਾਜਾ ਸਕੇਤ ਮੰਡੀ ਦਾ, ਉਹ ਕਹੇ ਤੂੰ ਮੇਰਾ ਘਰ ਵਾਲਾ ਹੈ,
ਚੱਲ ਘਰ ਮੇਰੇ ਨਾਲ। ਤੂੰ ਨਿਆਣਿਆਂ ਦੀ ਪਰਵਿਸ਼ ਤੋਂ ਡਰਦਾ ਭੱਜ ਗਿਆ। ਝਗੜਾ ਵੱਧ ਗਿਆ, ਉਹਨੇ ਬੰਦੇ ਇਕੱਠੇ ਕਰ ਲਏ। ਇਹ ਵਿਚਾਰਾ ਮੁੜਕੋ ਮੁੜਕੀ ਪਰੇਸ਼ਾਨ। ਤਾਂ ਉਸ ਵਕਤ ਸ੍ਰੀ ਗੁਰੂ ਅਰਜਨ ਦੇਵ ਜੀ ਲੱਭਦੇ ਲਭਾਉਂਦੇ ਉੱਥੇ ਪਹੁੰਚੇ। ਇੱਕ ਗਿਆ ਕੇ ਚਰਨੀ ਡਿੱਗਾ, ਕਹਿਣ ਲੱਗਾ ਮਹਾਰਾਜ ਮੇਰਾ ਖਹਿੜਾ ਛਡਾਓ, ਇਹ ਲੋਕ ਮੇਰੇ ਮਗਰ ਕਿਉਂ ਪੈ ਗਏ। ਸਤਿਗੁਰੂ ਜੀ ਕਹਿਣ ਲੱਗੇ ਭਾਈ ਕੀ ਗੱਲ ਹੈ। ਕਹਿੰਦੇ ਜਿਹਨੇ ਮਰਨ ਦਾ ਛਲ ਕੀਤਾ ਹੁਣ ਪਤਾ ਨਹੀਂ ਕਿੱਥੋਂ ਆ ਗਿਆ। ਮਰ ਕਹਿੰਦੇ ਤੁਹਾਡਾ ਜਿਹੜਾ ਬੰਦਾ ਮਰਿਆ ਸੀ ਉਹਨੂੰ ਸਾੜਿਆ ਕਿ ਦੱਬਿਆ। ਕਹਿੰਦੇ ਜੀ ਉਹਨੂੰ ਦੱਬਿਆ ਸੀ। ਕਹਿੰਦੇ ਚਲੋ ਕਿੱਥੇ ਦੱਬਿਆ ਸਾਨੂੰ ਦਿਖਾਓ। ਕਬਰ ਪੁੱਟੋ, ਜੇ ਤੁਹਾਡਾ ਬੰਦਾ ਵਿੱਚੋਂ ਨਿਕਲ ਆਇਆ ਫਿਰ ਇਹ ਸਾਡਾ ਹੋਇਆ। ਜਿਸ ਵਕਤ ਉਹਨਾਂ ਕਬਰ ਪੁੱਟੀ ਤੇ ਸੱਚਮੁੱਚ ਹੀ ਉਹ ਰਾਜਾ ਵੀ ਵੇਖ ਕੇ ਹੈਰਾਨ ਰਹਿ ਗਿਆ ਕਿ ਸੁਪਨੇ ਦੇ ਵਿੱਚ ਜੋ ਮੈਂ ਦੇਖਿਆ ਇਹੀ ਮੇਰੀ ਘਰ ਵਾਲੀ ਹੈ, ਇਹ ਮੇਰੇ ਬੱਚੇ ਨੇ। ਇਸ ਕਬਰ 'ਚ ਮੈਂ ਮਰੇ ਨੂੰ ਇੰਨਾ ਦੱਬਿਆ, ਬਿਲਕੁਲ ਹੂਬ ਉਸੇ ਤਰ੍ਹਾਂ ਦੀ ਸ਼ਕਲ। ਮਹਾਰਾਜ ਕਹਿੰਦੇ ਕੋਈ ਬਾਤ ਨਹੀਂ, ਤੁਸੀਂ ਆ ਜਾਓ। ਉਹਨਾਂ ਨੂੰ ਸਮਝਾ ਕੇ ਰਾਜੇ ਨੂੰ ਲਿਆਂਦਾ। ਕਹਿਣ ਲੱਗਾ ਜੀ ਇਹ ਕਿਵੇਂ ਹੋਇਆ। ਜੇ ਸੁਪਨੇ ਵੱਲ ਵੇਖਦਾ ਹਾਂ ਤਾਂ ਸਭ ਕੁਝ ਸੱਚ ਹੈ, ਜੇ ਪ੍ਰਤੱਖ ਵੇਖਦਾ ਹਾਂ ਤਾਂ ਮੈਂ ਰਾਜਾ ਹਾਂ। ਸਤਿਗੁਰੂ ਮਹਾਰਾਜ ਕਹਿੰਦੇ ਕਿ ਭਾਈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਤਿੰਨਾਂ ਕਾਲਾਂ ਵਿੱਚ ਸੱਚ ਹੈ। ਸਤਿਗੁਰੂ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਤੂੰ ਬਾਣੀ ਦੀ ਪੰਕਤੀ ਤੇ ਸ਼ੰਕਾ ਕੀਤੀ ਸੀ ਕਿ ਜੇ ਲੇਖ ਹੀ ਨਹੀਂ ਮਿਟਣੇ ਤਾਂ ਫਿਰ ਸੰਗਤ ਦੇ ਵਿੱਚ ਆਉਣ ਦਾ ਕੀ ਲਾਭ ਹੈ। ਮਹਾਰਾਜ ਜੀ ਨੇ ਤੈਨੂੰ ਸੁਪਨੇ ਦੇ ਵਿੱਚ ਜਿਹੜੇ ਤੂੰ 50 ਸਾਲ ਚੰਡਾਲਾਂ ਦੇ ਘਰ ਜਨਮ ਲੈ ਕੇ ਭੋਗਣੇ ਸੀ, ਉਹ ਤੇਰਾ ਦੁੱਖ ਤੇਰਾ ਕਸ਼ਟ ਸੁਪਨੇ 'ਚ ਕੱਟ ਕੇ ਦਿਖਾ ਦਿੱਤਾ ਵੀ ਆਹ ਫਾਇਦਾ ਲਾਭ ਹੈ। ਸੇਵਾ ਕੀਤੀ ਵਿਅਰਥ ਨਹੀਂ ਜਾਂਦੀ। ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ। ਰੁਪਈਏ ਰੁਪਈਏ ਦਾ ਇੱਥੇ ਮੁੱਲ ਪੈਂਦਾ। ਤੇਲੀ ਪੌੜੀ ਕੌਡੀ ਵੀ ਤੁਸੀਂ ਚੜ੍ਹਾ ਦਿਓ, ਉਹ ਵੀ ਮਹਾਰਾਜ ਤੁਹਾਨੂੰ ਵਾਪਸ ਕਰਨਗੇ। ਕੋਈ ਮਹਾਰਾਜ ਕਿਸੇ ਦੀ ਕਮਾਈ ਰੱਖ ਕੇ ਰਾਜੀ ਨਹੀਂ ਹੈ। ਤੋ ਇੰਜ ਗੁਰੂ ਘਰ ਦੀ ਕਥਾ ਤਾਂ ਬੜੀ ਅਗੰਮ ਅਗਾਧ ਬੋਧ ਹੈ। ਇੱਥੇ ਤਾਂ ਕੀ ਕਹਿਣੇ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਰਬੰਸ ਵਾਰ ਕੇ ਮਾਲਵੇ ਵਿੱਚ ਵਿਚਰਦੇ ਜਿਸ ਵਕਤ ਦੀਨੇ ਪਿੰਡ ਪਹੁੰਚੇ, ਜੋ ਕਾਂਗੜ ਵਿੱਚੋਂ ਨਿਕਲ ਕੇ ਵਸਿਆ ਸੀ। ਦੀਨਾ ਕਾਂਗੜ ਇਕੱਠਾ ਹੀ ਬੋਲਦੇ ਨੇ। ਉੱਥੋਂ ਹੀ ਸਾਹਿਬਾਂ ਨੇ ਫਾਰਸੀ ਦੇ ਵਿੱਚ ਜ਼ਫਰਨਾਮਾ ਲਿਖ ਕਰਕੇ ਪਿਆਰੇ ਦਿਆਲ ਸਿੰਘ ਸਾਹਿਬ ਜੀ ਜਾਗਰਤ ਵਿੱਚ ਪ੍ਰਗਟ ਨਹੀਂ ਹੋ ਸਕਦੇ ਤੇ ਜਾਗਰਤ ਵਿੱਚ ਇਤਨੇ ਜਨਮ ਨਹੀਂ ਹੋ ਸਕਦੇ। ਸਤਿਗੁਰੂ ਜੀ ਨੇ ਕਿਹਾ ਚੌਧਰੀ ਸ਼ਮੀਰ ਇਸ ਦਾ ਨਾਮ ਹੈ ਅਕਾਲ ਪੁਰਖ ਦੀ ਮਾਇਆ, ਵਾਹਿਗੁਰੂ ਦੀ ਕੁਦਰਤ, ਜੋ ਨਾ ਬਣਦੀ ਗੱਲ ਨੂੰ ਵੀ ਬਣਾ ਕੇ ਦਿਖਾ ਦਿੰਦੀ ਹੈ। ਜਿੰਨੇ ਜਨਮ ਤੋਂ ਰਾਤ ਨੂੰ ਸੁਪਨੇ 'ਚ ਦੇਖਿਆ, ਇਹ ਸਾਰੇ ਜਨਮ ਤੂੰ ਜਾਗਰਤ ਦੇ ਵਿੱਚ ਭੋਗਣੇ ਸਨ। ਤੇਰੇ ਜਨਮ ਸੁਪਨੇ 'ਚ ਭੁਗਤਾ ਕੇ ਈਸ਼ਵਰ ਦੀ ਮਾਇਆ ਵੀ ਭੰਗ ਨਹੀਂ ਕੀਤੀ ਤੇ ਤੇਰਾ 84 ਦਾ ਚੱਕਰ ਵੀ ਚੁਕਾ ਦਿੱਤਾ। ਭਾਵ 84 ਕੱਢ ਦਿੱਤੀ ਹੈ। ਹੁਣ ਤੇਰਾ ਮੁੜ ਜਨਮ ਨਹੀਂ ਹੋਵੇਗਾ ਤੇ ਜਿਹੜੀ ਪਦਵੀ ਜੋਗੀਆਂ ਲਈ ਦੁਰਲਭ ਹੈ ਉਹ ਤੈਨੂੰ ਬਖਸ਼ ਦਿੱਤੀ ਹੈ। ਤੋ ਇੰਜ ਭਗਤ ਲੋਚਨ ਜੀ ਨੇ ਇਹ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕੋਟ ਪੁੰਨ ਸੁਣ ਹਰ ਕੀ ਬਾਣੀ, ਕੋਟ ਫਲਾ ਗੁਰ ਤੇ ਬਿਦ ਜਾਣੀ। ਜੋ ਮਹਾਰਾਜ ਦੀ ਨਾਮ ਬਾਣੀ ਹੈ, ਜੇ ਇਹਨੂੰ ਜਪਾਂਗੇ, ਇਹਨੂੰ ਪੜਾਂਗੇ ਤਾਂ ਗੁਰ ਕਾ ਸ਼ਬਦ ਕਾਟੈ ਕੋਟ ਕਰਮ। ਇਸ ਲਈ ਤਾਚੇ ਮੋਹੇ ਜਾਪੀ ਵਾਲੇ ਰਾਮ ਚੇ ਨਾਮੰ ਬਦਤ ਲੋਚਨ ਰਾਮ ਜੀ। ਭਗਤ ਲੋਚਨ ਜੀ ਉਚਾਰਨ ਕਰਦੇ ਨੇ ਭਾਈ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ।
ਅਗਲਾ ਜਿਹੜਾ ਸ਼ਬਦ ਹੈ ਇਹ ਭਗਤ ਸ੍ਰੀ ਸੈਣ ਜੀ ਦਾ ਆਰਤੀ ਵਾਲਾ ਉਚਾਰਿਆ ਹੋਇਆ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਲਿਖਵਾ ਰਹੇ ਹਨ। ਜੋ ਭਗਤ ਸੈਣ ਜੀ ਹੋਏ ਨੇ ਇਹ ਯੂਪੀ ਦੇ ਵਿੱਚ ਹੋਏ ਹਨ। ਭਗਤ ਸੈਣ ਜੀ ਬਾਧਵਗੜ੍ਹ ਦੇ ਵਿੱਚ ਜੋ ਰੀਵਾ ਰਿਆਸਤ ਹੈ ਉੱਥੋਂ ਦੇ ਰਾਜੇ ਰਾਜਾ ਰਾਮ ਦੀ ਮੁੱਠੀ ਚਾਪੀ ਤੇ ਹੋਰ ਟਹਿਲ ਕਰਿਆ ਕਰਦੇ ਸਨ, ਕਿਉਂਕਿ ਭਗਤ ਸੈਣ ਜੀ ਨਾਈ ਜਾਤ ਨਾਲ ਸੰਬੰਧਿਤ ਸੀਗੇ, ਜੋ ਨਾਈਆਂ ਦਾ ਪੁਰਾਣਾ ਕਰਮ ਧਰਮ ਸੀਗਾ ਕਿ ਸੇਵਾ ਕਰਨੀ। ਇਉਂ ਭਗਤ ਸੈਣ ਜੀ ਤੇ ਹੱਥਾਂ ਨਾਲ ਟਹਿਲ ਕਰਨੇ ਕਰਕੇ ਰਾਜੇ ਨੂੰ ਸ਼ਾਂਤੀ ਵੀ ਬੜੀ ਆਉਂਦੀ, ਕਿਉਂਕਿ ਗੁਰਮੁਖ ਸੀਗੇ। ਜੋ ਕਿਸੇ ਹੋਰ ਦੇ ਮੁੱਠੀ ਚਾਬੀ ਕਰਨ ਤੋਂ ਉਹਨੂੰ ਸ਼ਾਂਤੀ ਨਹੀਂ ਆਉਂਦੀ ਸੀ। ਭਗਤ ਸੈਣ ਜੀ ਕਬੀਰ ਜੀ ਦਾ ਪ੍ਰਤਾਪ ਸੁਣ ਕੇ ਤੇ ਭਗਤ ਰਾਮਾਨੰਦ ਜੀ ਦੇ ਕੋਲ ਉਪਦੇਸ਼ ਲੈਣ ਗਏ, ਜੋ ਰਾਮਾਨੰਦ ਜੀ ਦੇ ਦੂਜੇ ਚੇਲੇ ਹੋਏ। ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ, ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਆ ਸੈਣ ਨਾਈ। ਗੁਰਦੇਵ ਰਾਮਾਨੰਦ ਜੀ ਤੋਂ ਉਪਦੇਸ਼ ਲੈ ਕੇ ਪਰਮੇਸ਼ਰ ਦੇ ਸਿਮਰਨ 'ਚ ਲੱਗ ਗਏ। ਰਾਤੀ ਪਰਮੇਸ਼ਰ ਦੀ ਪ੍ਰੇਮਾ ਭਗਤੀ ਕਰਦੇ ਤੇ ਸਵੇਰੇ ਰਾਜ ਦੁਆਰੇ ਰਾਜੇ ਦੀ ਟਹਿਲ ਕਰਨ ਲਈ ਜਾਂਦੇ। ਭਜਨ ਕਰਦਿਆਂ ਕਰਦਿਆਂ ਥੋੜ੍ਹੇ ਸਮੇਂ 'ਚ ਚੰਗੀ ਆਤਮਿਕ ਉੱਨਤੀ ਕਰ ਗਏ। ਜਿੱਥੇ ਭਗਤ ਜੀ ਭਜਨ ਸਿਮਰਨ ਦੇ ਕੀਰਤਨ ਰੂਪ ਦੇ ਵਿੱਚ ਪਰਮੇਸ਼ਰ ਦਾ ਜਸ ਗਾਇਨ ਕਰਨ ਦੇ ਪ੍ਰੇਮੀ ਸਨ, ਉੱਥੇ ਮਹਾਤਮਾ ਜਨਾਂ ਦੀ ਟਹਿਲ ਵੀ ਕਰਿਆ ਕਰਦੇ ਸਨ। ਭਗਤ ਜੀ ਦੇ ਹਿਰਦੇ 'ਚ ਪਰਮੇਸ਼ਰ ਦੇ ਦਰਸ਼ਨਾਂ ਦੀ ਬਹੁਤੀ ਪਿਆਸਾ ਸੀਗੇ। ਇੱਕ ਦਿਨ ਸੈਣ ਭਗਤ ਜੀ ਰਾਜੇ ਦੀ ਟਹਿਲ ਕਰਨ ਲਈ ਰਾਜ ਦੁਆਰੇ ਵੱਲ ਜਾ ਰਹੇ ਸਨ, ਤਾਂ ਅੱਗੋਂ ਕੁਝ ਸਾਧੂ ਮਿਲ ਪਏ। ਸਾਧੂਆਂ ਦੀ ਟਹਿਲ ਕਰਨ ਵਾਸਤੇ ਮੁੜ ਘਰ ਨੂੰ ਵਾਪਸ ਪਰਤ ਆਏ। ਸਾਧੂਆਂ ਨੂੰ ਲੰਗਰ ਪਾਣੀ ਛਕਾ ਕੇ ਜਦ ਵਿਹਲੇ ਹੋਏ ਤਾਂ ਆਪਸ ਵਿੱਚ ਆਤਮਿਕ ਵਿਚਾਰ ਹੁੰਦੀ ਰਹੀ। ਸਾਰੀ ਰਾਤ ਕਥਾ ਕੀਰਤਨ ਵਿੱਚ ਸਾਧੂਆਂ ਦੇ ਨਾਲ ਅਜੇ ਮਗਨ ਹੋਏ ਕਿ ਰਾਜੇ ਦੀ ਟਹਿਲ 'ਚ ਜਾਣਾ ਹੀ ਭੁੱਲ ਗਏ। ਜਿਵੇਂ ਭੌਰਾ ਮਕਰੰਦ ਰਸ 'ਚ ਮਸਤ ਹੋਇਆ ਸਭ ਕੁਝ ਭੁੱਲ ਜਾਂਦਾ ਹੈ, ਇਸੇ ਤਰ੍ਹਾਂ ਭਗਤ ਸੈਣ ਜੀ ਸਾਧੂਆਂ ਦੀ ਸੰਗਤ ਦੇ ਵਿੱਚ ਕੀਰਤਨ ਦੇ ਆਨੰਦ ਵਿੱਚ ਸਭ ਕੁਝ ਭੁੱਲ ਗਏ ਅਤੇ ਸੰਤ ਜਨਾਂ ਦੇ ਕੀਰਤਨ ਦੇ ਰਸ ਨੂੰ ਛੱਡ ਨਾ ਸਕੇ। ਜਿਸ ਕਰਕੇ ਰਾਜ ਦੁਆਰ ਟਹਿਲ ਕਰਨ ਨਾ ਜਾ ਸਕੇ। ਭਾਈ ਗੁਰਦਾਸ ਸਾਹਿਬ ਲਿਖਦੇ ਨੇ, ਪ੍ਰੇਮ ਭਗਤ ਰਾਤੀ ਕਰੇ ਭਲਕੇ ਰਾਜ ਦੁਆਰ ਜਾਈ। ਆਏ ਸੰਤ ਪੁਰਾਹੁਣੇ ਕੀਰਤਨ ਹੋਆ ਰਹਿਣ ਸਬਾਈ। ਛੱਡ ਨਾ ਸਕੈ ਸੰਤ ਜਨ ਰਾਜ ਦੁਆਰ ਨਾ ਸੇਵਕ ਮਾਈ। ਜਦ ਉਧਰ ਪਰਮੇਸ਼ਰ ਨੇ ਸੋਚਿਆ ਕਿ ਕਿਤੇ ਰਾਜਾ ਮੇਰੇ ਭਗਤ ਦਾ ਨਿਰਾਦਰ ਹੀ ਨਾ ਕਰ ਦੇਵੇ, ਤਾਂ ਖੁਦ ਆਪ ਪਰਮੇਸ਼ਰ ਸੈਣ ਜੀ ਦਾ ਰੂਪ ਧਾਰ ਕੇ ਰਾਜੇ ਦੀ ਸੇਵਾ ਕਰਨ ਲਈ ਖੁਦ ਆਪ ਆਇਆ। ਜਦ ਮੁੱਠੀ ਚਾਬੀ ਕਰਨ ਲਈ ਭਗਤ ਸੈਣ ਦੇ ਰੂਪ 'ਚ ਪਰਮੇਸ਼ਰ ਨੇ ਹੱਥ ਲਾਇਆ ਹੀ, ਤਾਂ ਰਾਜੇ ਦੇ ਸਾਰੇ ਰੋਗ ਚੁੱਕ ਦਿੱਤੇ ਤੇ ਰਾਜੇ ਦਾ ਸਰੀਰ ਅਰੋਗ ਹੋ ਗਿਆ। ਜਦ ਰਾਜੇ ਦਾ ਸਰੀਰ ਅਰੋਗ ਹੋ ਗਿਆ ਤਾਂ ਭਗਤ ਸੈਣ ਜੀ ਤੋਂ ਬੜਾ ਪ੍ਰਸੰਨ ਹੋਇਆ। ਭਾਈ ਸਾਹਿਬ ਲਿਖਦੇ, ਸੈਣ ਰੂਪ ਹਰ ਜਾਏ ਕੈ ਆਇਆ ਰਾਣੇ ਨੂੰ ਰੀਝਾਈ। ਜਦ ਰਾਜਾ ਇਸ਼ਨਾਨ ਪਾਣ ਕਰਕੇ ਆ ਕੇ ਤਖਤ ਤੇ ਬੈਠਾ ਤਾਂ ਇਸ ਖਿਆਲ ਨਾਲ ਭਗਤ ਸੈਣ ਜੀ ਨੂੰ ਚੇਤੇ ਕਰਨ ਲੱਗਾ ਕਿ ਸੈਣ ਨਾਈ ਕਿੱਧਰ ਚਲਾ ਗਿਆ। ਮੇਰੇ ਨਹਾਉਂਦਿਆਂ ਨਹਾਉਂਦਿਆਂ ਹੁਣੇ ਤਾਂ ਇੱਥੇ ਸੀਗਾ, ਮੈਂ ਤਾਂ ਉਹਨੂੰ ਰਾਜ ਤਿਲਕ ਦੇਣਾ ਹੈ, ਕਿਉਂਕਿ ਉਹਨੇ ਅੱਜ ਮੇਰੀ ਮਾਲਿਸ਼ ਕਰਕੇ ਮੇਰੇ ਸਾਰੇ ਰੋਗ ਦੂਰ ਕਰ ਦਿੱਤੇ। ਉਧਰ ਸੈਣ ਭਗਤ ਜੀ ਸੰਤ ਜਨਾਂ ਨੂੰ ਵਿਦਾ ਕਰਕੇ ਜਦ ਰਾਜੇ ਤੋਂ ਆਪਣੀ ਗੈਰ ਹਾਜ਼ਰੀ ਦੀ ਭੁੱਲ ਬਖਸ਼ਾਉਣ ਵਾਸਤੇ ਰਾਜ ਦੁਆਰੇ ਨੂੰ ਚੱਲ ਪਏ,
जद पहुँचे तो को राजे ने कोल बुला के अपने गलों बहुत ही कीमती पोशाक खोल के भगत जी को पहना दी। ये पुरानी मर्यादा सीगी। सचखंड श्री अबचल नगर हजूर साहब अजे भी ये मर्यादा है। इधर पंजाब के गुरुद्वारियां च जद आपां कोई सेवा करते हैं या कोई माया आदਿਕ भेटा करते हैं तो उतों के सेवादार खुश हो के गुरु घर वालों पीले रंग का या नीले रंग का सिरों पाओ बख्शिश करते हैं, गल च परना पाउंदे ने, सिरोपा कहते हैं। इहदे नाल सो मन च शरधा प्रेम होर भी वधदा कि संगत विच साडी सेवा चंगी लगी है। जिहदे ते संगत प्रसन्न हो जाए, जिन्हों सरोपा मिल जाए गुरुद्वारियों, समझ लो भी गुरु जी प्रसन्न हो गए, क्योंकि संगत की खुशी च महाराज की खुशी है। इस तरह महसूस किया जाता है। ये भावना है साडी सिखां दी। तो इसलिए जे नाम ही चेता रहे तो कई बार आप कहने भी बाबा जी सानू कोई प्रसाद या सिरों पाओ दिओ जी, साडे बच्चे दे सिर ते हथ रखो, इनू कोई सिरोपा दिओ। सचखंड हजूर साहब जद उत्थे कथा करिए या महापुरख उत्थे जांदे, माया आदिक भेटा करदे, अखंड पाठ साहब कराउंदे, सेवा करते, महीना महीना 2-2 महीने दर्शन करते, आउन लगिया उतों के प्रबंधक उत्थे गल च सरोपा नहीं पाउंदे। जो महाराज साहब के पोशाके होंदे ने, श्री रुमाला साहब स्पैशल दर्जी नूं बुला के ते ओदी पोशाक पहना के, जिवें राजे प्रसन्न जिहदे ते हो जाण उन्हां नूं पोशाक दिंदे सन, इस तरह गुरु जी साडे महाराजे ने सिखां सेवकां नूं उत्थे पोशाक का सिरोपा मिलता। संगत दे विच जद वधाईगी हुंदी है ते सिंह साहब ज्ञानी कुलवंत सिंह जी उत्थे पोशाक पहनाउंदे हन। हरमंदर साहब दे सिंह साहब जांदे या महापुरख बाबा ठाकुर सिंह साहब जी जांदे हुंदे या कोई भी प्रेमी नेमी कथा का समा लवे तो पोशाक पहनाउंदे ने। सो हुण इसे वास्ते जो नाई जात नाल संबंधित गुरमुख प्यारे ने, उन्हां नूं कोई भी नाई नहीं कहिंदा, उन्हां नूं कहिंदे राजे। राजे क्यों कहिंदे कि राजे ने, राजा राम ने अपनी पोशाक उन्हां नूं पहनाई है। भगत सैन जी दे चरनां पिछे सारे गुरमुख बख्शे गए, उन्हां दा सत्कार होया, रब दे भगत मन्ने ने। जिमें भाई जीवन सिंह जी, जिन्हां भाई जैता जी के रूप दे विच श्री गुरु तेग बहादुर सिंह जी का पावन शीस लिया के रंगरेटा गुरु का बेटा हरि भगत के संग सहेटा, कलगीधर महाराज दे 8.5 साल की उम्र दे विच उन्हां तो खुशी दी प्रसन्नता की बख्शिश लई ये वर प्राप्त कीते। उन्हां दे चरनां पिछे सारी मजहबी सिंघां दी कौम, मजहब कहंदे ने धर्म नूं, जिहड़े धर्मी बंदे हन वो सारे बख्शे गए, सत्कार होया। भगत रविदास जी के चरनां पिछे चमियार जात नाल संबंधित सारे गुरमुखां दा सत्कार है। अज सारे सो जिहड़े मजहबी सिंघां दे धर्म नाल संबंधित हो सारे कहंदे भाई आपां तां रंगरेटे आ, यानी गुरु के बेटे हाँ, अमरतारी गुरु सिख, कोई पिन भेद वितकरा नहीं। ते जो चमियार जात नाल संबंधित वो कहंदे असीं रविदासी हाँ जी, कबीर पंथी है, जुलाया जात नाल संबंधित गुरमुख। तो इस तरह जो सैन नाई दी कौम नाल संबंधित गुरमुख ने वो कहंदे आपां तां राजे हाँ जी, सारे आपां उन्हां नूं राजे कह के बुलाउंदे हाँ। साध जना नो विदा कर राज द्वार गया शरमाई, राजे दूरों सद कै
ਗਲੋਂ ਕਵਾਏ ਖੋਲ ਪਹਿਨਾਈ। जब गलों उन्हें पोशाक पहनाई, कहन लगा जो तू मैंने बहुत प्रसन्न किया, अपने अधीन ही कर लिया। हे गुरमुखा वस कीता हो तो दे अज, बोले राजा सुने लुकाई। प्रगट करे भगत वडियाई। इहो जे मेरे शरीर ते हथ लाए कि सारे रोग मेरे चुक दिते, जो वैदा हकीमां तो ठीक नहीं होए। वो तो मेरे शरीर की जलनता वाला रोग दूर कर दिता। तबद माहे ਠਾਂਡ ਵਰਤਾਈ, ਆਨੰਦ ਭਇਆ ਦੁੱਖ ਨਾਠੇ ਪਾਈ। ਜਿਨੇ ਰੱਬ ਦੇ ਦਰਸ਼ਨ ਪਾ ਲਏ, ਜਿਹਨੂੰ ਰੱਬ ਦਾ ਹੱਥ ਲੱਗ ਗਿਆ, ਉੱਥੇ ਤਪਸ਼ ਕਿੱਥੇ ਰਹੂਗੀ। ਤਾਂ ਭਗਤ ਸੈਣ ਜੀ ਕਹਿਣ ਲੱਗੇ ਮੈਂ ਤੁਹਾਡੇ ਤੋਂ ਖਿਮਾ ਮੰਗਣ ਆਇਆ ਕਿ ਮੈਂ ਆਪ ਜੀ ਦੀ ਸੇਵਾ ਕਰਨ ਤੋਂ ਗੈਰ ਹਾਜ਼ਰ ਸੀਗਾ, ਮੈਂ ਤਾਂ ਆਇਆ ਹੀ ਨਹੀਂ ਸਾਰੀ ਰਾਤ। ਤਾਂ ਰਾਜਾ ਕਹਿਣ ਲੱਗਾ ਕਿ ਤੂੰ ਕਿਸ ਤਰ੍ਹਾਂ ਦੀਆਂ ਬਾਤਾਂ ਮਾਰ ਰਿਹਾ, ਤੂੰ ਤਾਂ ਹੁਣੇ ਹੁਣੇ ਹੀ ਮੇਰੇ ਰੋਗ ਨਿਵਰਤ ਕਰਕੇ ਗਿਆ ਹੈ। मैं तो तेनों राज तिलक देने वास्ते ख्याल कर लिया। उस वक्त भगत जी इन्ने विराग च आ गए कि परमेश्वर ने आप मेरा रूप धारण करके राजे की टहल करके मेरी पत रखी, सारी समझ आ गई। इस करके उन्होंने डिसीजन लिया उस वक्त भी हुण मैं अज तो बाद केवल उस परमेश्वर के दर्शन ही करने। वेखो राजे नूं दर्शन होए, मैनूं होए ही नहीं अजे। जब राजे के वजीरां ने राजे के कहे अनुसार भगत जी नूं सिंघासन से बिठाया, तो सैन भगत जी सिंघासन तो लुढ़क के थले डिगन ही लगे सन। तो साध संगत जी उस वक्त प्रेम दे विच भजे हुए, क्योंकि भगती तो पहला पूरी हुई सी, प्रेम ते शरधा भी पूरी सी, कुछ बाकी नहीं सी रहिंदा। तो उस वक्त वाहिगुरु जी खुश होए, भरोसे ने बेड़े पार किए। अंतरजामी जी ने अपना सरगुण स्वरूप धार के भगत जी नूं गलवकड़ी पा ली, घुट के आख्या हे सैन तू मेरे नाल इन्ना प्रेम करदा कि राज भाग की भी परवाह नहीं की। तू राज सिंघासन तैनूं मिल रहा तो तू उन्होंने भी तुछ जानिया। जब भगत ने परमेश्वर के सरगुण स्वरूप दर्शन किए तो इन्ने प्रसन्न होए, कहन लगे हे महाराज मेरे लिए की आज्ञा है। तो परमेश्वर जी कहन लगे हे सैन भगत जी जिवें होरना भगतां ने मेरी आरती की है, तू भी साडी आरती कर। तो सुन के श्री सैन श्री श्रोमणी भगत सैन जी ने ये पावन आरती का शब्द उच्चारण किया। प्यार नाल सुनो जी। आरती दे विच दीवे जगा के कई करदे, नाल धूप दिखाई दी है, घिओ दा दीवा बाली दा, इउं धूप दा दिखाउणा, घिओ दा दीवा जगाउणा, इत्यादि समग्री इकट्ठे करके यही आरती सजाउणा कीती है। जो हे कमला माया दे पति परमेश्वर जी, मैं आप जी तो मन बाणी शरीर करके वार ने कुर्बान है। खुशियां विचों यही मैनू श्रेष्ठ खुशी है। ये सारियां नू प्रकाश करने वाले प्रकाश देने वाले राजा रूप परमेश्वर जी जो आप जी का नेता प्रति मंगलाचार गाँदा है। या हे सारियां नू चेता सता रही प्रकाश देने वाले राजा रूप परमेश्वर जी, हरेक मंगलों विचों मेरा तो यही श्रेष्ठ मंगलाचार है जो नेता प्रति आप जी के शुभ गुणों का मैं जस गाँदा हाँ। देकर फरमान करते हैं ते उजल बती भी आप जी का नाम ही मंगदा है। तू आप ही निरंजन शुद्ध स्वरूप ते माया का पति या कमला भगती लक्ष्मी का पति है।
ਪਰਮੇਸ਼ਰ ਜੀ, ਮੈਂ ਆਪ ਜੀ ਦੀ ਪ੍ਰੇਮਾ ਭਗਤੀ ਨੂੰ ਆਪਣੇ ਗੁਰਦੇਵ ਰਾਮਾਨੰਦ ਜੀ ਦੁਆਰਾ ਜਾਣਿਆ ਹੈ। ਜਾਂ हे ਪਰਮੇਸ਼ਰ, ਮੇਰੇ ਗੁਰਦੇਵ ਰਾਮਾਨੰਦ ਭਗਤ ਵੀ ਆਪ ਜੀ ਦੀ ਪ੍ਰੇਮਾ ਭਗਤੀ ਨੂੰ ਜਾਣਦੇ ਹਨ। ਪਰਮਾਨੰਦ ਭਗਤ ਵੀ ਤੁਹਾਨੂੰ ਸਾਰੇ ਵਿਆਪਕ ਕਥਨ ਕਰਦਾ ਹੈ। ਮੈਂ ਆਪਣੇ ਗੁਰਦੇਵ ਰਾਮਾਨੰਦ ਦੇ ਉਪਦੇਸ਼ ਦੁਆਰਾ ਆਪ ਜੀ ਨੂੰ ਪਰਮ ਆਨੰਦ ਸਰੂਪ ਤੇ ਸਾਰੇ ਵਿਆਪਕ ਕਥਨ ਕਰਦਾ ਹਾਂ ਜੀ। ਮਦਨ ਕਾਮਦੇਵ ਭਾਵ ਸੁੰਦਰ ਸਰੂਪ ਵਾਲੇ ਪਰਮੇਸ਼ਰ ਜੀ, ਦਇਆ ਦ੍ਰਿਸ਼ਟੀ ਕਰਕੇ ਮੈਨੂੰ ਜੰਮਣ ਮਰਨ ਵਾਲੇ ਭੈਦਾਇਕ ਸੰਸਾਰ ਸਮੁੰਦਰ ਤੋਂ ਤਾਰ ਨਾ ਕਰੋ ਜੀ। ਭਗਤ ਸੈਣ ਜੀ ਭਣੇ ਉਚਾਰਨ ਕਰਦੇ ਹਨ, ਇਸ ਕਰਕੇ ਇਹ ਪਰਮਾਨੰਦੇ ਵੱਡੇ ਆਨੰਦ ਨੂੰ ਦੇਣ ਵਾਲੇ ਪਰਮੇਸ਼ਰ ਜੀ, ਮੈਂ ਆਪ ਜੀ ਦਾ ਨਾਮ ਭਜਨ ਭਾਵ ਸਿਮਰਨ ਕਰਦਾ ਹਾਂ। ਇਸੇ ਪ੍ਰਕਾਰ ਇਸੇ ਸ਼ਬਦ ਅੰਤਰੀਮ ਦੂਸਰਾ ਸਰਵਣ ਕਰੋ ਜੀ। ਸ੍ਰੀ ਸੈਣ ਜੀ ਉਚਾਰਦੇ ਨੇ ਕਿ हे ਪਰਮੇਸ਼ਰ ਜੀ, ਤੇਰਾ ਕੀਰਤਨ ਰੂਪ ਦੇ ਵਿੱਚ ਜਸ ਗਨ ਰੂਪ ਮੈਂ ਤੋਪ ਦਿਖਾਉਂਦਾ ਤੇ ਪ੍ਰੋਖ ਗਿਆਨ ਰੂਪ ਦੀਵਾ ਜਗਾਉਂਦਾ ਹਾਂ ਜੀ। ਪ੍ਰੇਮ ਰੂਪੀ ਘੀ ਵਿੱਚ ਪਾਇਆ ਹੋਇਆ ਹੈ ਤੇ ਸਾਜ ਆਰਤੀ ਆਰਤੀ ਆ ਸਰਬ ਔਰ ਸੇ ਰਤੀ ਪ੍ਰੀਤੀ ਕਰਨੀ, ਇਹੀ ਆਰਤੀ ਸਜਾਉਂਦੇ ਹਾਂ। ਜਾਂ ਇਹਨਾਂ ਨਾਲ ਬਿਰਤੀ ਰੂਪ ਆਰਤੀ ਸਜਾ ਕੇ ਭਾਵ ਬ੍ਰਹਮਾਕਾਰ ਬਿਰਤੀ ਕਰਕੇ ਵਾਰਨੇ ਜਾਉ ਕਮਲਾਪਤੀ, ਇਹ ਲక్ష్ਮੀ ਦੇ ਪਤੀ ਜਾਂ ਮਾਇਆਪਤੀ ਪਰਮੇਸ਼ਰ ਜੀ, ਆਪ ਜੀ ਤੋਂ ਮਨ ਬਾਣੀ ਸਰੀਰ ਕਰਕੇ ਅਸੀਂ ਕੁਰਬਾਨ ਜਾਂਦੇ ਹਾਂ। ਪਰਮੇਸ਼ਰ ਜੀ, ਸੰਸਾਰੀ ਲੋਕ ਖੁਸ਼ੀਆਂ ਦੇ ਗੀਤਾਂ ਨੂੰ ਗਾਉਂਦੇ ਹਨ। ਸਾਰੇ ਲੋਕ ਮੰਗਲ ਕਰਦੇ, ਉਹਨਾਂ ਹਰੇਕ ਮੰਗਲਾਂ ਦੇ ਵਿੱਚੋਂ ਰਾਜਾ ਪ੍ਰਕਾਸ਼ ਰੂਪ ਪਰਮੇਸ਼ਰ ਜੀ, ਮੇਰੇ ਲਈ ਤਾਂ ਇਹੀ ਨਿਤ ਦੀਆਂ ਮੰਗਲਾਂ ਖੁਸ਼ੀਆਂ ਹਨ ਜੋ ਆਪ ਜੀ ਦੇ ਸਰੂਪ ਦਾ ਆਨੰਦ ਪ੍ਰਾਪਤ ਹੋਣਾ ਹੈ। ਨਾਮ ਦੇ ਕਰ ਫਰਮਾਨ ਕਰਦੇ ਹਨ। ਲੋਕ ਗਿਆਨ ਦੀ ਪ੍ਰਾਪਤੀ ਹੋਣੀ ਹੀ ਸ੍ਰੇਸ਼ਟ ਦੀਵਾ ਹੈ ਅਤੇ ਅਪਰੋਖ ਗਿਆਨ ਦੀ ਪ੍ਰਾਪਤੀ ਕਰਕੇ ਬ੍ਰਹਮਾਕਾਰ ਬਿਰਤੀ ਕਰਨੀ, ਇਹ ਉਜਲ ਬੱਤੀ ਹੈ ਜਿਹੜੀ ਦੀਵੇ ਦੇ ਵਿੱਚ ਵੱਟ ਕੇ ਪਾਈ ਦੀ ਹੈ। ਪਰਮੇਸ਼ਰ ਜੀ, ਤੂੰ ਹੀ ਪਿੱਛੇ ਸ਼ੁੱਧ ਸਰੂਪ ਸੀ ਤੇ ਤੂੰ ਹੀ ਮਾਇਆ ਸਬਲ ਹੋ ਕੇ ਮਾਇਆਪਤੀ ਕਹਾਉਂਦਾ ਹੈ। ਮੰਤੀ ਸਾਰਾਮਾ, ਰਾਮ ਜਿੱਥੇ ਵੀ ਅੱਖਰ ਆਵੇ, ਕਈ ਮੈਂ ਹਿੰਦੂ ਵੀਰਾਂ ਪਾਸੋਂ ਸੁਣਿਆ ਹੈ ਕਿ ਵੇਖੋ ਜੀ, ਸਾਡੇ ਰਾਮ ਦਾ ਨਾਮ ਨਾ ਤੁਹਾਡੇ ਗੁਰੂ ਗ੍ਰੰਥ ਸਾਹਿਬ 'ਚ ਵੀ ਹੈ, ਸਾਡਾ ਤੇ ਤੁਹਾਡਾ। ਪਹਿਲੀ ਗੱਲ ਹੀ ਗਲਤ ਹੈ। ਨਾ ਗੁਰੂ ਗ੍ਰੰਥ ਸਾਹਿਬ ਸਾਡਾ ਹੈ ਤੇ ਨਾ ਹੀ ਰਾਮ ਕਿਸੇ ਇੱਕ ਵਿਸ਼ੇਸ਼ ਦਾ ਹੈ। ਉਹ ਤਾਂ ਵਿਸ਼ਨੂੰ ਦਾ ਅਵਤਾਰ ਸੀਗਾ ਤੇ ਉਹਨੇ ਤਾਂ ਭੀਲਣੀ ਦੇ ਝੂਠੇ ਬੇਰ ਵੀ ਖਾਧੇ ਸਨ। ਇਕੱਲਾ ਹਿੰਦੂਆਂ ਦਾ ਹੀ ਥੋੜ੍ਹਾ ਆ, ਬ੍ਰਾਹਮਣਾਂ ਦਾ। ਉਹ ਤਾਂ ਭੀਲਣੀ ਦਾ ਵੀ ਹੈ, ਮਤਲਬ ਉਹ ਵੀ ਤਾਂ ਸਾਂਝਾ ਸੀਗਾ। ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੜ੍ਹਾਈ ਪੜ੍ਹਦਿਆਂ ਮੈਨੂੰ ਤਾਂ ਇੱਕੋ ਹੀ ਗੱਲ ਸਮਝ ਆਈ ਹੈ ਵੀ ਐਵੇਂ ਝੂਠ ਬੋਲੀਏ ਜਾਂ ਐਵੇਂ ਹੰਕਾਰ ਕਰੀਏ ਬਈ ਆਪਾਂ ਸਿੱਖ ਹਾਂ ਜੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਸਿੱਖਾਂ ਦਾ ਹੀ ਹੈ। ਕਿ ਜਿੱਥੇ ਤੱਕ ਮੇਰੀ ਸਮਝ ਹੈ ਵੀ ਇਕੱਲਾ ਸਾਡਾ ਹੀ ਨਹੀਂ ਹੈ, ਕਿਉਂਕਿ ਇਹਦੇ ਵਿੱਚ ਖੱਤਰੀ, ਬ੍ਰਾਹਮਣ, ਸੂਦ, ਵੈਸ
ਉਪਦੇਸ਼ ਚੌਂ ਵਰਨਾ ਕੋ ਸਾਂਝਾ। ਖੱਤਰੀਆਂ ਨੂੰ, ਬ੍ਰਾਹਮਣਾਂ ਨੂੰ, ਸ਼ੂਦਰਾਂ ਨੂੰ, ਵੈਸ਼ਾਂ ਨੂੰ, ਸਾਰਿਆਂ ਨੂੰ ਸਾਂਝਾ ਉਪਦੇਸ਼ ਹੈ। ਅੰਮ੍ਰਿਤ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਛਕਾਇਆ, ਇਕੱਲੇ ਗਾਤਰੇ ਵਾਲਿਆਂ ਦਾ ਹੀ ਗੁਰੂ ਤਾਂ ਨਹੀਂ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਤਾਂ ਸਾਧ ਸੰਗਤ ਜੀਓ ਕੋਈ ਵੀ ਮਹਾਰਾਜ ਦੀ ਸਿੱਖਿਆ ਉਪਦੇਸ਼ ਲੈ ਸਕਦਾ ਸੀ, ਪਰ ਸ਼ਰਤ ਸੀਗੀ ਵੀ ਕੇਸਾਧਾਰੀ ਹੁੰਦੇ ਸੀ ਸਾਰੇ, ਅਤੇ ਗੁਰੂ ਸਾਹਿਬ ਦਾ ਬਚਨ ਮੰਨਦੇ ਸੀਗੇ। ਅਤੇ ਜੇ ਹੁਣ ਆਪਾਂ ਕੇਸ ਵੀ ਕਟਾਈ ਜਾਈਏ, ਸਿੱਖਾਂ ਦੇ ਘਰ ਜਨਮ ਲੈ ਕੇ ਆਖੀਏ ਵੀ ਗੁਰੂ ਗ੍ਰੰਥ ਸਾਡਾ ਹੀ ਆ, ਹਮਾਰਾ ਹੀ ਗੁਰਦੁਆਰਾ, ਤਾਂ ਫਿਰ ਤਾਂ ਬਾਤ ਨਹੀਂ ਨਾ ਬਣਦੀ। ਅਤੇ ਇਸ ਵਾਸਤੇ ਜਿਹੜਾ ਕੇਸ ਰੱਖਦਾ ਹੈ, ਅੰਮ੍ਰਿਤ ਭਾਵੇਂ ਨਹੀਂ ਵੀ ਛਕਿਆ, ਕੋਈ ਜ਼ਰੂਰੀ ਨਹੀਂ ਅੰਮ੍ਰਿਤ ਛਕੋ, ਹੌਲੀ ਹੌਲੀ ਬੰਦਾ ਬਾਣੀ ਪੜ੍ਹਦਾ ਆਪੇ ਮਹਾਰਾਜ ਮਨ ਮੋੜ ਲੈਂਦਾ। ਅੰਮ੍ਰਿਤ ਤੋਂ ਬਗੈਰ ਵੀ ਆਪਾਂ ਸਿੱਖੀ ਧਾਰਨ ਕਰ ਸਕਦੇ ਹਾਂ। ਜਿਸ ਦਿਨ ਮਹਾਰਾਜ ਨੇ ਅੰਮ੍ਰਿਤ ਛਕਾਇਆ ਸੀਗਾ, ਪੂਰੇ 10 ਦੇ 10 ਲੱਖ ਨਹੀਂ ਸੀ ਛਕ ਲਿਆ, 2.5 ਲੱਖ ਨੇ ਛਕਿਆ ਸੀਗਾ, ਅਤੇ ਬਾਕੀ ਉਹ ਵੀ ਤਾਂ ਸਿੱਖ ਹੀ ਸੀਗੇ, ਸੰਗਤਾਂ ਹੀ ਸੀ। ਇਹ ਥੋੜ੍ਹਾ ਵੀ ਮਹਾਰਾਜ ਨੇ ਤੋੜ ਕੇ ਸੁੱਟਦਾ ਵੀ ਜਾਓ ਘਰ ਨੂੰ ਭਾਜੋ, ਬਿਲਕੁਲ ਨਹੀਂ। ਉਹਨਾਂ ਨੂੰ ਸਹਿਜਧਾਰੀ ਸਿੱਖਾਂ ਦਾ ਨਾਮ ਦਿੱਤਾ ਗਿਆ। ਤੋ ਸਹਿਜਧਾਰੀ ਮਤਲਬ ਸਹਿਜੇ ਸਹਿਜੇ, ਕੇਸਾਧਾਰੀ ਜੋ ਹਨ। ਤੋ ਇੰਝ ਸਾਧ ਸੰਗਤ ਜੀਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਜੋ ਰਾਮ ਅੱਖਰ ਹੈ ਜਾਂ ਕੋਈ ਹੋਰ ਵੀ ਅੱਖਰ ਹੈ, ਉਹ ਸਾਰਾ ਹੀ ਪਰਮੇਸ਼ਰ ਦੇ ਨਾਲ ਸੰਬੰਧ ਹੈ ਉਹਦਾ। ਰਾਮ ਦਾ ਅਰਥ ਹੈ ਰਮਿਆ ਹੋਇਆ, ਰਮਿਆ ਹੋਇਆ ਤਾਂ ਵਾਹਿਗੁਰੂ ਹੀ ਆ। ਸਰੀਰ ਧਾਰੀ ਤਾਂ ਇੱਕ ਟਾਈਮ 'ਤੇ ਕੋਈ ਕੰਮ ਕਰ ਸਕਦਾ, ਇਸ ਵਾਸਤੇ ਰਾਮਚੰਦਰ ਜੀ ਦਾ ਨਾਮ ਨਹੀਂ ਹੈ ਬਾਣੀ ਦੇ ਵਿੱਚ, ਜਿੱਥੇ ਖਾਸ ਕਰਕੇ ਅੱਖਰ ਆਇਆ ਹੈ। ਜਿੱਥੇ ਅਵਤਾਰਾਂ ਬਾਬਤ ਉੱਥੇ ਤਾਂ ਮਹਾਰਾਜ ਨੇ ਲਿਖਿਆ ਹੈ, ਪਰ ਇੱਥੇ ਰਾਮ ਅੱਖਰ ਵਾਹਿਗੁਰੂ ਦਾ ਵਾਚਕ ਹੈ। ਨਾਰਾਇਣ ਵੀ ਵਾਹਿਗੁਰੂ ਦਾ ਵਾਚਕ ਹੈ, ਵਾਹਿਗੁਰੂ ਵੀ ਆਉਂਦਾ। ਇਸੇ ਤਰ੍ਹਾਂ ਹੋਰ ਵੀ ਕਈ ਵਾਹਿਗੁਰੂ ਜੀ ਦੇ ਨਾਮ ਆਉਂਦੇ, ਸਭ ਪਰਮਾਤਮਾ ਦੇ ਵਾਚਕ ਹਨ। ਤੋ ਇਸ ਲਈ ਰਾਮਾ ਭਗਤ ਰਾਮਾਨੰਦ ਜਾਣਾ, ਰਮੇ ਹੋਏ ਰਮੰਤੀ ਪਰਮੇਸ਼ਰ ਜੀ, ਜੋ ਆਪ ਜੀ ਦੀ ਭਗਤੀ ਕਰਨ ਵਾਲੇ ਮਹਾਤਮਾ ਜਾਣੇ, ਉਹੀ ਹੈ ਰਾਮਾਨੰਦ, ਰਾਮ ਪਰਮੇਸ਼ਰ ਜੀ ਤੁਹਾਡੇ ਆਨੰਦ ਨੂੰ ਜਾਣਦੇ ਹਨ। ਪੂਰਨ ਪਰਮਾਨੰਦ ਪਰਮ ਵੱਡੇ ਆਨੰਦ ਭਾਵ ਬ੍ਰਹਮਾਨੰਦ ਦੀ ਪ੍ਰਾਪਤੀ ਹੋਈ ਹੈ। ਅਤੇ ਉਹ ਤੱਤ ਬੇਤੇ ਹੋਰ ਨਾ ਜਗਿਆਸੂਆਂ ਦੇ ਤਾਈਂ ਵੀ ਪਰਮੇਸ਼ਰ ਦੇ ਸਰੂਪ ਬਾਬਤ ਕਥਨ ਕਰਕੇ ਦੱਸਦੇ ਹਨ। ਪਰਮੇਸ਼ਰ ਜੀ ਜੋ ਮਦਨ ਕਾਮ ਆਦਿਕ ਵਿਕਾਰ ਨੇ, ਇਹ ਮੂੰਹ ਮੇਰੇ ਸਰੀਰ ਦੇ ਨਾਲ ਸ਼ੁਭ ਗੁਣਾਂ ਨੂੰ ਖਾਣ ਵਾਸਤੇ ਰਤ ਪ੍ਰੀਤੀ ਕਰਦੇ ਹਨ। ਇਸ ਕਰਕੇ ਮੁਕਤੀ ਦਾਤੇ ਪਰਮੇਸ਼ਰ ਜੀ, ਇਹਨਾਂ ਤੋਂ ਕਿਰਪਾ ਕਰਕੇ ਮੈਨੂੰ ਬਚਾਉਣਾ ਕਰੋ। ਇਸੇ ਪ੍ਰਕਾਰ ਨਾਮ ਹੈ ਕਾਮ ਦਾ, ਕਾਮ ਆਦਿਕ ਜਿਹੜੇ ਵੈਰੀ ਤੇ ਭੈਦਾਇਕ ਸੰਸਾਰ ਸਮੁੰਦਰ ਤੋਂ ਮੈਨੂੰ ਤਾਰ ਲੈਣਾ ਕਰੋ ਜੀ। ਸੈਣ ਭਣੈ ਭਗਤ ਸੈਣ ਜੀ ਕਥਨ ਕਰਦੇ ਕਿ ਹੇ ਪਰਮਾਨੰਦ ਸਰੂਪ ਪਰਮੇਸ਼ਰ ਜੀ, ਮੈਂ ਆਪ ਜੀ ਦਾ ਭਜਨ ਕਰਦਾ ਹਾਂ, ਆਪ ਜੀ ਦਇਆ ਦ੍ਰਿਸ਼ਟੀ ਕਰੋ ਤਾਂ ਕਿ ਕਾਮ ਕ੍ਰੋਧ ਆਦਿਕ ਵਿਕਾਰ ਮੈਨੂੰ ਕੋ ਵੀ ਨਾ ਸਕਣ ਜੀ। ਬਾਬਾ ਜੀ ਇੱਕ ਰਾਜੇ ਹੁੰਦੇ ਹੋਏ ਵੀ ਪਰਮੇਸ਼ਰ ਦੇ ਭਗਤ ਹੋਏ ਹਨ। ਇਹ ਸਾਰੀਆਂ ਸਾਖੀਆਂ ਜੋ ਆਪ ਨਾਲ ਸਾਂਝੀਆਂ ਕਰ ਰਹੇ ਹਾਂ, ਇਹ ਸ੍ਰੀ ਭਗਤਮਾਲ ਗ੍ਰੰਥ ਦੇ ਵਿੱਚ ਲਿਖੀਆਂ ਹਨ। ਆਪਣੇ ਬੱਚਿਆਂ ਨੂੰ ਤੁਹਾਨੂੰ ਚਾਹੀਦਾ ਕਿ ਇਹਨਾਂ ਨੂੰ ਪੜ੍ਹਾਓ ਅਤੇ ਲਾਗੇ ਬਹਿ ਕੇ ਸੁਣੋ। ਭਗਤਮਾਲਾ ਦੇ ਵਿੱਚ ਪ੍ਰਸੰਗ ਆਉਂਦਾ ਹੈ ਕਿ ਪੀਪਾ ਜੀ ਗਗਰਾਉਣ ਦੇ ਰਾਜੇ ਸਨ, ਜੋ ਕੋਟਾ ਬੂੰਦੀ ਰਾਜਸਥਾਨ ਦੇ ਵਿੱਚ, ਕੋਟੇ ਤੋਂ 45 ਮੀਲ ਪੂਰਬ ਵੱਲ ਹੈ ਗਗਰਾਉਣ। ਪੀਪਾ ਜੀ ਦਾ ਜਨਮ 1473 ਬਿਕਰਮੀ ਨੂੰ ਹੋਇਆ। ਪਹਿਲਾਂ ਪੀਪਾ ਜੀ ਦੇਵੀ ਦੇ ਭਗਤ ਸੀ ਅਤੇ ਆਏ ਗਏ ਸਾਧੂ ਸੰਤਾਂ ਦੀ ਟਹਿਲ ਕਰਿਆ ਕਰਦੇ ਸਨ।
एक दिन कुछ महात्मा पीपा राजे के निवास से आए तो राजे ने बहुत टहल की। महात्मा राजे की टहल तो बहुत प्रसन्न होए। जदों रात का समा आया तो राजा महात्मा जिन्हों के वचन सुन लिए कोल बैठ गया और बेनती कर लगा, हे महात्मा जी, मैं संसार समुद्र तो किवें पार होवांगा, भाव मैनूं मुक्ति किवें मिलेगी। तो महात्मा जन कह लगे, हे राजन, परमेश्वर की प्रेमा भगती करया कर, ता तू संसार समुद्र उतर जावेंगा। जब पीपा राजे ने महात्मा जना तो प्रेमा भगती करके संसार समुद्र तो तरन बारे श्रवण किया तो हिरदे में कुछ गुस्सा खा के कहन लगा, हे महात्मा, मैं तो देवी का उपासक हाँ कि मैनू संसार समुद्र तो पार नहीं करेगी। जब इस तरह के कुछ रुखे शब्द महात्मा ने सुने तो धीरज सहित कहन लगे, हे राजन, तेनों मुबारक है, तेरी भगती नूं मुबारक है, पर जब देवी प्रसन्न होंदी है तो भोग पदार्थ दे देंदी है, मुक्ति नहीं देंदी, क्योंकि खुद आप मुक्त नहीं हो, दे नहीं सकती। फिर भी राजा जिद कर लगा तो महात्मा जन कहन लगे कि राजन, जब देवी तेनों प्रत्यक्ष दर्शन देवेगी तो तू आके देवी नूं पुछ लई। इस तरह के विचार करने तो बाद राजा अपने विश्राम करने वाली थान से अपनी सौण वाली जगह से सेजा पर जाके लम्हे पै गया। जब अद्धी रात हुई तो सुपने में राजे की छाती से एक भयानक शकन वाली गैबी रूह शेर से सवार होकर कहन लगी, हे मूर्ख राजन, तू जिंदगी में अनेकों भोग पदार्थ भोगे ने ते महात्मा जना की महिमा नहीं जानी। भोगों के भोगने करके तेनों नरकों के दुखों च पैना पऊगा। ऐसा भयदायक सुपना देख के राजे के चाटी नेत्र खुल गए तो मन में बड़ी बेचैनी उठी। तो सवेरे उठ के नित के कर्म अनुसार देवी का पूजन कर लगा। एक दिन जद राजा देवी का पूजन कर रहा सी तो देवी प्रसन्न होकर प्रगट हो गई तो कहन लगी, हे राजन, वर मंग की मंगदा। तो राजा पीपा कहन लगा, हे देवी, मैनू तो मुक्ति चाहिए है। जब मुक्ति की मंग की तो देवी कहन लगी, हे राजन, मैं तेन मुक्ति नहीं दे सकती, होर कोई भी पदार्थ मंग लिया मैं तेन दे देवांगी। मुक्ति लई तेनों किसी गुरु धारण करके परमेश्वर के नाम का सिमरन करना पवेगा, जिस नाल तू संसार समुद्र तो पार मुक्ति रूप किनारे से पहुँच जावेगा। इन्ना कह के देवी अलोप हो गई। फिर राजे ने साधुओं के चरण शरण च पै के अद्वैतवादी सिक्ख्या लैनी तो साधुओं की प्रेरणा नाल भगत रामानंद जी के दर्शन करने लिए जाना। जब एक बार दर्शन करने लिए गए तो रामानंद जी कहन लगे, हे राजन, तू तो सोहनी पोशाक पहन के फौजियां समेत सज धज के मेरे को आया, इसलिए तू उपदेश का अधिकारी नहीं, जिस करके मैं तेन उपदेश नहीं दे सकता। एक बार तो राजा पीपा वापस चला गया कि चलो कोई गल नहीं उपदेश देना तो ना सही, मन नहीं मनिया। तो दोबारा अपने राज भाग का मान छड्ड के एक बार वो मन मेल पई तो पुत्र नूं राज दे के त्यागी होकर तुर गया। तो रानियां भी सारियां नाल तैयार हो गई। जब राजे पीपे ने सारियां नूं कीमती वस्त्र के गहने ला के सादा पहरावा पहन के जाने लिए कहा तो सारियां ने जवाब दे दिता, परंतु सब तो छोटी सीता नामी रानी कहन लगी कि हे स्वामी जी, मैं आप जी के नाल परमेश्वर की भगती करने लिए जाना है। जब दोबारा रामानंद जी के कोल उपदेश लैन नहीं गए तो रामानंद जी कहन लगे कि मैं तेनों तां उपदेश देंगा जे तू इस्त्री नूं परा कर देवें, क्योंकि मैं तो इस्त्री नूं कभी भी उपदेश नहीं दिता अजे तक। ये भगती की अधिकारी नहीं है जो हिंदू मत मनिया जाता। जो सीता रानी ने बेनती की, गुरुदेव जी, मेरे अंदर विकार दृष्टि नहीं है, मैं परमेश्वर की बंदगी करनी है,
ਇਹ ਉਹ ਸੀਤਾ ਰਾਣੀ ਦੀ ਜਗਿਆਸਾ ਦੇ ਕੇ ਰਾਮਾਨੰਦ ਨੂੰ ਸੀਤਾ ਨੂੰ ਵੀ ਨਾਲ ਉਪਦੇਸ਼ ਦੇਣਾ ਪਿਆ। ਦੋਵੇਂ ਉਪਦੇਸ਼ ਪ੍ਰਾਪਤ ਕਰਕੇ ਜੰਗਲ ਵਿੱਚ ਜਾ ਕੇ ਬੰਦਗੀ ਕਰਨ ਲੱਗ ਪਏ ਤੇ ਫਲ ਫੁੱਲ ਖਾ ਕੇ ਪੇਟ ਭਰ ਲੈਂਦੇ, ਆਏ ਗਏ ਸਾਧੂਆਂ ਦੀ ਸੇਵਾ ਕਰਦੇ। ਇੱਕ ਵਾਰ ਕੁਝ ਪਖੰਡੀ ਸੀਤਾ ਜੀ ਦੇ ਰੂਪ ਨੂੰ ਵੇਖ ਕੇ ਮੋਹਿਤ ਹੋ ਗਏ ਤੇ ਬੁਰੀ ਦ੍ਰਿਸ਼ਟੀ ਕਾਰਨ ਕੋਲ ਆਏ ਤੇ ਰਾਜੇ ਪੀਪਾ ਨੂੰ ਕਹਿਣ ਲੱਗੇ ਕਿ ਸਾਨੂੰ ਸੀਤਾ ਦੇ ਦਰਸ਼ਨ ਕਰਵਾ। ਤਾਂ ਰਾਜੇ ਪੀਪੇ ਨੇ ਕਿਹਾ ਕਿ ਸੀਤਾ ਰਸੋਈ ਖਾਨੇ 'ਚ ਬੈਠੀ ਹੋਈ ਹੈ, ਉੱਥੇ ਦਰਸ਼ਨ ਕਰ ਲਓ। ਜਿਸ ਵੇਲੇ ਉਹ ਪਖੰਡੀ ਆਦਮੀ ਗਏ ਤੇ ਅੱਗੋਂ ਉਹਨਾਂ ਨੂੰ ਸੀਤਾ ਜੀ ਸ਼ੇਰਨੀ ਦੇ ਰੂਪ 'ਚ ਦਿਖੇ। ਪਖੰਡੀ ਡਰਦੇ ਮਾਰੇ ਬਾਹਰ ਭੱਜ ਆਏ ਤੇ ਕਹਿਣ ਲੱਗੇ ਕਿ ਰਾਜਨ ਉਹ ਤਾਂ ਸ਼ੇਰਨੀ ਹੈ। ਤਾਂ ਰਾਜੇ ਪੀਪੇ ਨੇ ਕਿਹਾ ਵੀ ਤੁਸੀਂ ਮਾਸ ਦੀ ਭੁੱਖ ਕੀਤੀ ਸੀਗੀ ਤਾਂ ਉਹੀ ਤੁਹਾਨੂੰ ਸ਼ੇਰਨੀ ਰੂਪ 'ਚ ਦਿਸ ਪਈ ਹੈ, ਤੁਸੀਂ ਮਾਤਾ ਦੀ ਭਾਵਨਾ ਧਾਰ ਕੇ ਜਾਓ। ਪਰ ਇਸਤਰੀ ਧੀ ਭੈਣ ਵਖਾਣ ਤੇ ਦੇਖ ਬਣਾਈਆਂ ਚੰਗੀਆਂ ਮਾਵਾਂ ਭੈਣਾਂ ਦੀਆਂ ਜਾਣ। ਰਾਜੇ ਦੀ ਇਸਤਰੀ ਵੈਸੇ ਵੀ ਮਾਤਾ ਹੁੰਦੀ ਤਾਂ ਫਿਰ ਤੁਹਾਨੂੰ ਦਰਸ਼ਨ ਦੇਊਗੀ। ਫਿਰ ਜਦੋਂ ਵਿਕਾਰ ਵਾਲੀ ਭਾਵਨਾ ਛੱਡ ਕੇ ਗਏ ਤਾਂ ਅੱਗੋਂ ਸੀਤਾ ਜੀ ਦੇ ਦਰਸ਼ਨ ਹੋਏ, ਜੋ ਪੀਪੇ ਦੀ ਘਰ ਵਾਲੀ। ਅਤੇ ਸੀਤਾ ਨੇ ਉਹਨਾਂ ਨੂੰ ਭੋਜਨ ਛਕਾਇਆ ਅਤੇ ਕਹਿਣ ਲੱਗੀ ਵੀ ਤੁਹਾਡਾ ਮਨ ਵਿਕਾਰੀ ਸੀਗਾ, ਇਸ ਕਰਕੇ ਪਰਮੇਸ਼ਰ ਨੇ ਤੁਹਾਨੂੰ ਸ਼ੇਰਨੀ ਦਾ ਰੂਪ ਬਣਾ ਕੇ ਖੁਦ ਆਪ ਹੀ ਭੈਭੀਤ ਕੀਤਾ, ਮੈਂ ਤਾਂ ਕੁਛ ਵੀ ਨਹੀਂ ਕੀਤਾ। ਉਹ ਰੱਬ ਦੀ ਖੇਡ ਵਰਤੀ ਹੈ। ਇੰਝ ਪਰਮੇਸ਼ਰ ਆਪਣੇ ਪਿਆਰਿਆਂ ਦੀ ਆਪ ਪੈਜ ਰੱਖਦਾ ਹੈ। ਜਿਹੜਾ ਵੀ ਗੁਰੂ ਦਾ ਸਿੱਖ, ਭਾਵੇਂ ਕੋਈ ਮਾਈ ਹੈ ਅਤੇ ਭਾਵੇਂ ਕੋਈ ਭਾਈ ਹੈ, ਖਾਸ ਕਰਕੇ ਜਦੋਂ ਘਰੋਂ ਗੁਰਦੁਆਰੇ ਨੂੰ ਚੱਲਦਾ ਹੈ, ਉਹਦੇ ਸੱਜੇ ਅਤੇ ਖੱਬੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੋ ਸੇਵਾਦਾਰ ਨੇ, ਗੈਬੀ ਸ਼ਕਤੀਆਂ ਨੇ। ਜਦ ਕੋਈ ਬੀਬੀ ਸੁਖਮਨੀ ਸਾਹਿਬ ਪੜ੍ਹਦੀ ਜਾਂਦੀ, ਜਪਜੀ ਸਾਹਿਬ ਦਾ ਪਾਠ ਪੜ੍ਹਦੀ ਜਾਂ ਵਾਹਿਗੁਰੂ ਕਰਦੀ, ਗੈਬੀ ਸ਼ਕਤੀਆਂ ਉਹਦੇ ਸੱਜੇ ਖੱਬੇ ਹੁੰਦੀਆਂ ਹਨ। ਪ੍ਰਭੂ ਦੀ ਕਿਰਪਾ ਅਤੇ ਜਿਹਨੂੰ ਬ੍ਰਹਮ ਕਵਚ ਕਹਿੰਦੇ ਨੇ, ਗੁਰੂ ਦਾ ਸ਼ਬਦ ਜਿਹੜਾ ਹੈ, ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ। ਜਿਸ ਤਰ੍ਹਾਂ ਪੁਲਿਸ ਦੀ ਚੌਂਕੀ ਹੁੰਦੀ ਹੈ ਨਾ, ਇਸ ਤਰ੍ਹਾਂ ਹਰੇਕ, ਭਾਵੇਂ ਕੋਈ ਮਾਈ ਹੈ ਅਤੇ ਭਾਵੇਂ ਕੋਈ ਭਾਈ ਹੈ, ਭਾਵੇਂ ਉਹ ਸੁੱਤਾ ਹੈ ਭਾਵੇਂ ਬੈਠਾ ਹੈ, ਜੇ ਉਹ ਬਾਣੀ ਜੁੜਦਾ ਹੈ, ਪ੍ਰਭੂ ਦੀ ਯਾਦ ਦੇ ਵਿੱਚ ਤੁਰਿਆ ਹੈ, ਭਾਵੇਂ ਉਹ ਅੱਧੀ ਰਾਤ ਅੰਮ੍ਰਿਤ ਵੇਲਾ, ਕੋਈ ਉਹਨੂੰ ਕੁਝ ਨਹੀਂ ਕਹਿ ਸਕਦਾ ਅਤੇ ਨਾ ਕੋਈ ਉਹਦਾ ਕੋਈ ਨੁਕਸਾਨ ਕਰ ਸਕਦਾ। ਹਾਂ, ਡਰਾ ਜ਼ਰੂਰ ਸਕਦਾ, ਧਮਕੀ ਜ਼ਰੂਰ ਦੇ ਸਕਦਾ, ਅਤੇ ਪਰ ਉਹਦਾ ਕੋਈ ਨੁਕਸਾਨ ਨਹੀਂ ਹੁੰਦਾ। ਮਹਾਰਾਜ ਰਕਸ਼ਾ ਕਰਦੇ ਨੇ। ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ, ਐਸੀ ਸ਼ਰਧਾ ਪ੍ਰੇਮੀਆਂ ਦੀ ਹੈ ਕਿ ਆਪਣੇ ਆਪੇ ਰੱਖੈ ਆਪੇ ਨਾਮ ਜਪਾਵੈ, ਜਹ ਜਹ ਕਾਜ ਕਿਰਤ ਸੇਵਕੀ, ਤਹਾਂ ਤਹਾਂ ਉਠਤਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ। ਸੋ ਇਹ ਪੀਪਾ ਭਗਤ ਜੀ ਦੀ ਸਾਖੀ ਆਪ ਨਾਲ ਸਾਂਝੀ ਕੀਤੀ ਹੈ। ਸ਼ਬਦ ਦੀ ਕਥਾ ਦਾ ਸਮਾਂ ਮੇਰੇ ਪਾਸ ਬਚਿਆ ਕੋਈ ਨਹੀਂ, ਉਹ ਕੱਲ੍ਹ ਨੂੰ ਤੁਹਾਨੂੰ ਸਰਵਣ ਕਰਵਾਵਾਂਗੇ। ਹੁਣ ਸਿੰਘ ਜੀ ਦੇ ਪਾਸੋਂ ਪਾਠ ਸਰਵਣ ਕਰੋ ਜੀ। ਨਹੀਂ ਪੁੱਜ ਪਾਤੀ ਨਾ ਨਾ ਰਹਾ ਜੋ ਪਿੰਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮਗਲੀ ਮਹੱਲਾ ਤੀਜਾ। ਆਨੰਦ ਓੰਕਾਰ ਸਤਿਗੁਰੂ ਸਾਹਿਬ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਰਾਗ ਦੁਨੀਆ
ਸ਼ਬਦ ਗਾਵਣ ਆਈਆਂ ਸ਼ਬਦੋਤ ਗਾਵ ਹਰਿ ਕੇਰਾ ਮਨ ਜਿਨੀ ਵਸਾਇਆ ਕਹ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਨਾਲੇ ਸਰਨਾ ਅੰਗੀ ਸਭ ਨਾਂਗਲਾ ਸਮਰਾਟ ਸੁਆਮੀ ਸੁਖ ਮਨ ਵਸ ਤੇਰੇ ਨਾਮ ਮਨ ਵਸਾਏ ਨਾਮ ਜਨ ਕਨ ਵਸਿਆ ਗਣੇ ਨਾਨਕ ਸੱਚੇ ਮਿਟੋ ਜਦੀਆਂ ਵੜਿਆਈਆਂ ਨਾਨਕ ਸੁਣੋ ਸੰਤ ਯਾਰੋ ਸੱਚ ਮੇਰਾ ਸ਼ਬਦ ਘਰ ਸੁਭਾਗਣ ਗਨ ਸਬਦ ਦੇ ਕਾਲਾ ਜੀਆ ਪੰਜ ਦੁੱਧ ਵਸ ਕੀਤੇ ਕਾਂਟ ਕੁਮਾਰਿਆ ਨਾਨਕ ਤਸ ਕੋ ਆਤਿਤ ਗਵਾਜ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭਾਇਆ ਸੰਦ ਸਤਿਗੁਰ ਅਪਰ ਗੁਰ ਜਨਵੰਤ ਨਾਨਕ ਗੁਰ ਚਾਗੇ ਵੰਦ ਤੂੰ ਗੁਰੂ ਬਾਣੀ ਵਿਤ ਮਾਤਾ ਤੇ ਮਹਾ ਦਾਇਆ ਖਿਲਾ ਅਚਤਰ ਮਹਦੂਰਾ ਕਰਮੀ ਆਪੋ ਕਨੀ ਕੇ ਜਿਨੀ ਨਾਮ ਆਗ ਨਗਤ ਟੀ ਛੁੱਟੀ ਨਾਲ